ਬਹੁਜਨ ਸਮਾਜ ਦੇ ਸਾਥੀਓ, ਜੈ ਭੀਮ, ਨਮੋ ਬੁੱਧਾ। ਕਾਫੀ ਸਮਾਂ ਹੋ ਗਿਆ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ, ਕਿਸੇ ਖਾਸ ਵਿਸ਼ੇ ਤੇ ਚਰਚਾ ਵੀ ਨਹੀਂ ਹੋਈ। ਮਨ ਵੀ ਨਹੀਂ ਕੀਤਾ ਕਿ ਚਰਚਾ ਕੀਤੀ ਜਾਏ। ਅਜਿਹੀ ਇੱਛਾ ਨਹੀਂ ਜਾਗੀ ਕਿ ਹੁਣ ਹੋਰ ਕੋਈ ਚਰਚਾ ਛੇੜੀ ਜਾਂਦੀ ਰਹੇ। ਪਰ ਅੱਜ ਦਿਲ ਕੀਤਾ ਕਿ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਾਂ। ਕੁਛ ਫੈਸਲੇ ਲਏ ਆ, ਮਨ ਨਾਲ ਸੋਚ ਵਿਚਾਰ ਕੇ ਇੱਕ ਤਰ੍ਹਾਂ ਆਪਣੇ ਆਪ ਨੂੰ ਖਾਸ ਬੰਦਿਸ਼ ਵਿੱਚ ਲਿਆਂਦਾ ਹੈ ਔਰ ਲੱਗਿਆ ਕਿ ਇਸ ਘੇਰੇ ਤੋਂ ਅੱਗੇ ਨਹੀਂ ਜਾਣਾ ਚਾਹੀਦਾ। ਪਿਛਲੇ 40 ਸਾਲ 'ਚ ਜੋ ਕੀਤਾ, ਜੋ ਕਰ ਸਕੇ, ਜੋ ਬੋਲ ਸਕੇ, ਜੋ ਲਿਖ ਸਕੇ, ਜੋ ਕਹਿ ਸਕੇ, ਮੈਨੂੰ ਲੱਗਿਆ ਕਿ ਇਹ ਵੀ ਕੋਈ ਬਹੁਤਾ ਕੰਮ ਦੀ ਚੀਜ਼ ਨਹੀਂ ਹੈ, ਕਿਉਂਕਿ ਕੰਮ ਦੀ ਚੀਜ਼ ਤਾਂ ਵੋਟ ਹੈ, ਸੱਤਾ ਹੈ, MLA MP ਬਣਨਾ ਹੈ। ਉਹ ਕਿਵੇਂ ਵੀ ਬਣਿਆ ਜਾਏ, ਜੋ ਵੀ ਤਰੀਕਾ ਫਿੱਟ ਬੈਠੇ ਉਹਨੂੰ ਅਪਣਾ ਕੇ ਅਗਰ ਵੋਟ ਲਈ ਜਾਵੇ, ਨੋਟ ਲਏ ਜਾਣ, MLA MP ਬਣਿਆ ਜਾਏ, ਸੱਤਾ ਹਾਸਲ ਕੀਤੀ ਜਾਵੇ, ਜੀਵਨ ਦਾ ਇਹੀ ਮਕਸਦ ਹੈ। ਜਾਣੀ ਜੋ ਮੈਂ ਮਹਿਸੂਸ ਕਰਦਾ ਹਾਂ ਕਿ ਪਿਛਲੇ ਘੱਟੋ ਘੱਟ 20 ਸਾਲ ਤੋਂ ਜੀਵਨ ਦਾ ਮਕਸਦ ਇਹੋ ਰਹਿ ਗਿਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪੜ੍ਹਦਿਆਂ ਇੰਨੀ ਗੱਲ ਸਮਝ ਲੱਗੀ ਸੀ ਕਿ ਸੱਤਾ ਪ੍ਰਾਪਤੀ ਕਰਨਾ ਜਾਂ ਰਾਜਨੀਤੀ ਦੇ ਵਿੱਚ ਹੱਥ ਪਾਉਣਾ ਇੰਨਾ ਜ਼ਰੂਰੀ ਨਹੀਂ ਜਿੰਨਾ ਜ਼ਰੂਰੀ ਹੈ ਸਮਾਜਿਕ ਪਰਿਵਰਤਨ ਕਰਨਾ। ਅਗਰ ਤੁਹਾਡਾ ਮਕਸਦ ਸਮਾਜਿਕ ਪਰਿਵਰਤਨ ਨਹੀਂ ਹੈ ਤਾਂ ਵੱਡੀ ਤੋਂ ਵੱਡੀ ਸੱਤਾ ਵੀ ਤੁਹਾਡੇ ਕਿਸੇ ਕੰਮ ਦੀ ਚੀਜ਼ ਨਹੀਂ ਹੈ।
मैं ਜਦੋਂ ਵੀ ਕੋਈ ਗੱਲ ਕਰ ਰਿਹਾ ਤਾਂ ਬਹੁਤ ਸਾਰੀਆਂ ਗੱਲਾਂ ਅਧੂਰੀਆਂ ਰਹਿਣਗੀਆਂ, ਕਿਉਂਕਿ ਹੁਣ ਮੈਂ ਹਰ ਚੀਜ਼ ਨੂੰ ਆਪਣੇ ਪ੍ਰਸੰਗ 'ਚ ਲੈਣ ਤੋਂ ਗੁਰੇਜ਼ ਕਰਾਂਗਾ। ਆਪਣੇ ਆਪ ਨੂੰ ਇੰਨਾ ਕੁ ਕਾਬੂ 'ਚ ਰੱਖਾਂਗਾ ਕਿ ਬਾਕੀ ਲੋਕ ਕੀ ਕਰਦੇ ਆ, ਬਾਕੀ ਲੋਕ ਕੀ ਚਾਹੁੰਦੇ ਆ, ਬਾਕੀ ਲੋਕ ਕੀ ਬਣਾਉਂਦੇ ਆ, ਇਹ ਮਾਮਲਾ ਮੇਰਾ ਨਹੀਂ ਹੈ, ਇਹ ਉਹਨਾਂ ਦਾ ਆਪਣਾ ਮਾਮਲਾ ਹੈ। ਉਹ ਕੋਈ ਵੀ ਹੈ, ਮੈਂ ਉਹਨਾਂ ਦੇ ਕਿਸੇ ਮਾਮਲੇ 'ਚ ਦਖਲ ਦੇਣ ਤੋਂ ਪੂਰੀ ਤਰ੍ਹਾਂ ਪਾਸੇ ਰਹਿਣਾ ਪਸੰਦ ਕਰੂੰਗਾ। ਔਰ ਮੈਂ ਕੋਸ਼ਿਸ਼ ਇਹ ਵੀ ਰੱਖੂੰਗਾ ਕਿ ਕਿਸੇ ਦੇ ਕੰਮ 'ਚ, ਕਿਸੇ ਦੀ ਰਾਜਨੀਤੀ 'ਚ, ਕਿਸੇ ਦੀ ਸੋਚ, ਕਿਸੇ ਦੀ ਸੱਤਾ ਪ੍ਰਾਪਤੀ 'ਚ, ਕਿਸੇ ਦੇ MLA MP ਬਣਨ 'ਚ ਮੈਂ ਕੋਈ ਦਖਲ ਨਹੀਂ ਦਿਆਂਗਾ। ਇਹ ਮੇਰਾ ਮਾਮਲਾ ਹੀ ਨਹੀਂ ਰਿਹਾ। ਪਿਛਲੇ ਲੰਬੇ ਦੌਰ ਦੇ ਵਿੱਚ ਕਰੀਬ 25 ਸਾਲ ਦੇ ਦੌਰ 'ਚ ਜਿਨ੍ਹਾਂ ਹਾਲਤਾਂ 'ਚੋਂ ਮੈਂ ਲੰਘਿਆ ਔਰ ਜਿਨ੍ਹਾਂ ਹਾਲਤਾਂ ਨੇ ਮੇਰਾ ਸੋਚਣਾ, ਤੁਰਨਾ, ਅੱਗੇ ਵਧਣਾ, ਦਿਸ਼ਾ 'ਚ ਜਾਣਾ, ਨਿਸ਼ਾਨੇ ਵੱਲ ਜਾਣਾ, ਕਾਇਮ ਰੱਖਿਆ ਜਾਂ ਖੇਰੂ ਖੇਰੂ ਕੀਤਾ, ਇਹ ਤਜਰਬੇ ਮੇਰੇ ਇੰਨੇ ਕੌੜੇ ਹੈ ਕਿ ਹੁਣ ਮੈਨੂੰ ਹਰ ਗੱਲ 'ਤੇ ਸੋਚਣਾ ਪੈਂਦਾ ਹੈ। ਕੋਈ ਆਦਮੀ ਸਿੱਖ ਹੈ, ਮੁਸਲਮਾਨ ਹੈ, ਕੋਈ ਆਦਮੀ ਰਵਿਦਾਸੀਆ ਧਰਮੀ ਹੈ, ਕੋਈ ਈਸਾਈ ਹੈ, ਵਾਲਮੀਕੀ ਹੈ, ਜੋ ਵੀ ਕੋਈ ਹੈ, ਕੋਈ ਰਾਧਾ स्वामी है, कोई सच्चे सौदे वाला, या कोई निरंकारी है। मैनू लगता कि मेरा मसला नहीं सी और अज भी नहीं है। मैं बहुत बनया मैं सिख होने तो इनकार किया,
ਤਾਂ ਉਹਦੇ ਬਹੁਤ ਸਾਰੇ ਕਾਰਨ ਸੀ। ਮੈਂ ਆਪਣੇ ਬਜ਼ੁਰਗਾਂ ਦੇ ਇਸ ਧਰਮ ਨਾਲ ਕੋਈ ਦੂਰੀ ਨਹੀਂ ਬਣਾਈ, ਕੋਈ ਨਫ਼ਰਤ ਨਹੀਂ ਕੀਤੀ, ਪਰ ਕੁਝ ਕਾਰਨ ਸੀ ਕਿ ਦੂਸਰਾ ਕੋਈ ਜਾਤ ਕਾਇਮ ਰੱਖੇ, ਮੰਨੇ, ਜੀਵਨ ਦੇ ਵਿੱਚ ਅਪਣਾਵੇ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਹ ਹੋਣਾ ਸੀ, ਇਹ ਹੁੰਦਾ ਰਿਹਾ, ਔਰ ਇਹ ਹੋਵੇਗਾ। ਪਰ ਸਿੱਖ ਇੱਕ ਅਜਿਹਾ ਧਾਰਮਿਕ ਫਿਰਕਾ ਪੈਦਾ ਹੋਇਆ ਜਿਹਦੀ ਬੁਨਿਆਦ 'ਚ ਊਚ ਨੀਚ, ਜਾਤ ਪਾਤ, ਛੂਆਛਾਤ ਪੂਰੀ ਤਰ੍ਹਾਂ ਗਾਇਬ ਰਹੀ, ਗਾਇਬ ਕੀਤੀ ਗਈ। ਕਿਉਂਕਿ ਸਿੱਖ ਧਰਮ 'ਚ ਜਾਤ ਪਾਤ, ਊਚ ਨੀਚ, ਛੂਆਛਾਤ ਇਸ ਨੂੰ ਖਤਮ ਕੀਤਾ ਗਿਆ, ਔਰ ਕੋਈ ਵੀ ਮਨੁੱਖ ਉਹਦੀ ਸ਼ਰਤ 'ਤੇ ਰੱਖੀ ਗਈ ਕਿ ਜੋ ਵੀ ਇਹਨਾਂ ਚੀਜ਼ਾਂ ਨੂੰ ਸਵੀਕਾਰ ਕਰੇਗਾ, ਬ੍ਰਾਹਮਣ ਨੂੰ ਸਵੀਕਾਰ ਕਰੇਗਾ, ਉਹ ਆਦਮੀ ਸਿੱਖ ਨਹੀਂ ਹੋ ਸਕਦਾ। ਜਿਵੇਂ ਕੋਈ ਬੋਧੀ ਨਹੀਂ ਹੋ ਸਕਦਾ, ਉਸੇ ਤਰ੍ਹਾਂ ਕੋਈ ਸਿੱਖ ਨਹੀਂ ਹੋ ਸਕਦਾ। ਇਹ ਉਹਦੀ ਕੰਡੀਸ਼ਨ ਹੈ। ਮੈਂ ਸਿੱਖਾਂ ਨੂੰ ਵਾਰ-ਵਾਰ, ਹਜ਼ਾਰਾਂ ਵਾਰ ਲਿਖਿਆ ਕਿ ਅਗਰ ਤੁਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਮਹਾਨ ਕੌਮ ਬਣਨਾ ਚਾਹੁੰਦੇ ਆ ਤਾਂ ਤੁਹਾਨੂੰ ਇਹ ਊਚ ਨੀਚ, ਛੂਆਛਾਤ, ਜਾਤ ਪਾਤ ਤੋਂ ਮੁਕਤ ਹੋਣਾ ਚਾਹੀਦਾ। ਤੁਹਾਨੂੰ ਲੋਕਾਂ ਨਾਲ ਵਰਤਾਰਾ ਬਰਾਬਰੀ ਵਾਲਾ ਕਰਨਾ ਚਾਹੀਦਾ ਹੈ। ਇਹੀ ਤੁਹਾਡਾ ਧਰਮ ਹੈ। ਇਹੀ ਸੰਤ ਪੁਰਖਾਂ ਦਾ, ਗੁਰੂਆਂ ਦਾ ਧਰਮ ਹੈ, ਔਰ ਉਹਨਾਂ ਦੀ ਸਾਰੀ ਲੜਾਈ ਦਾ ਧਰਮ ਹੈ ਇਹ, ਖਾਲਸੇ ਦਾ ਧਰਮ ਹੈ ਇਹ। ਪਰ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ। ਔਰ ਮੈਂ ਇਕੱਲੇ ਇੱਕ ਦੋ ਜਾਤਾਂ ਨੂੰ ਨਹੀਂ ਕਹਿੰਦਾ, ਚਾਹੇ ਅਸੀਂ ਚਮਾਰ ਹਾਂ, ਅਸੀਂ ਵਾਲਮੀਕੀ ਹਾਂ, ਜਲਾਹੇ ਹੈ, ਤਖਾਣ ਹੈ, ਨਾਈ, ਛੀਂਬੇ, ਚੌਰ ਹੈ, ਘੁਮਿਆਰ, ਲੁਹਾਰ, ਸੁਨਿਆਰ ਹੈ। ਅਸੀਂ ਜਿੰਨੇ ਵੀ ਸਿੱਖ ਹਾਂ, ਔਰ ਜਿਸ ਨਮੂਨੇ ਦੇ ਸਿੱਖ ਹਾਂ ਅਸੀਂ ਸਾਰਿਆਂ ਨੇ ਜਾਤ ਪਾਤ ਇੱਕ ਨਾਲ ਲਾ ਕੇ ਰੱਖੀ ਹੈ। ਜਿਵੇਂ ਮੈਂ ਇੱਕ ਉਦਾਹਰਨ ਦਿੱਤੀ ਕਿ ਜਿਹੜੇ ਡੇਰੇ ਰਵਿਦਾਸੀਆਂ ਨੇ ਬਣਾਏ, 400 ਦੇ ਕਰੀਬ ਡੇਰੇ
ਰਵਿਦਾਸੀਆਂ ਨੇ ਬਣਾਏ, ਚਾਹੇ ਉਹ ਬੱਲਾਂ ਵਾਲਾ ਡੇਰਾ ਜਾਂ ਉਹ ਗੁਰਦੀਪ ਗਿਰੀ ਵਾਲਾ ਜਾਂ ਉਹ ਕੋਈ ਹੋਰ ਡੇਰਾ ਹੈ। ਇਹ ਸਾਰੇ ਡੇਰੇ ਚਮਾਰ ਆਧਾਰਿਤ ਹੈ। ਇੱਥੇ ਚਮਾਰ ਤੋਂ ਬਿਨਾਂ ਦੂਜੀ ਜਾਤੀ ਦਾ ਆਦਮੀ ਬਰਾਬਰ ਦਾ ਆਦਮੀ ਨਹੀਂ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਇੱਥੇ ਕਬੀਰ, ਨਾਮਦੇਵ, ਸੈਣ, ਨਾਨਕ ਵਰਗੇ ਮਹਾਂਪੁਰਸ਼ਾਂ ਦੀ ਕੋਈ ਬਰਾਬਰੀ ਨਹੀਂ ਹੈ। ਸਭ ਤੋਂ ਉੱਤੇ ਇੱਕੋ ਹੀ ਮਹਾਂਪੁਰਸ਼ ਵਾਰ-ਵਾਰ, ਹਜ਼ਾਰਾਂ ਵਾਰ ਦੁਹਰਾਇਆ ਜਾਂਦਾ ਹੈ। ਇਹ ਜਾਤੀ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਗਿਆ। ਇਸ ਤਰ੍ਹਾਂ ਹੀ ਵਾਲਮੀਕੀਆਂ ਨੇ ਆਪਣਾ ਧਰਮ ਸਥਾਪਿਤ ਕਰ ਲਿਆ ਔਰ ਉਹਨਾਂ ਦੇ ਅੰਦਰ ਕੋਈ ਦੂਸਰੀ ਜਾਤੀ ਸ਼ਾਮਲ ਨਹੀਂ ਹੋਈ। ਇਵੇਂ ਰਾਮਗੜੀਆਂ ਨੇ, ਟਾਂਕ ਛਤਰੀਆਂ ਨੇ, ਕਮਹਿਰਾਂ ਨੇ, ਜਿਹੜੇ ਹੋਰ ਜਾਤੀਆਂ ਦੇ ਜਿਵੇਂ ਰਾਮਦਾਸ ਕੀ ਹੈ, ਜਲਾਹੇ, ਕਿਸੇ ਦੇ ਕਰੀਬ ਜਾ ਕੇ ਦੇਖੋ ਤੁਸੀਂ, ਹਰ ਇੱਕ ਨੇ ਆਪਣੀ ਜਾਤੀ ਜਿਹੜੀ ਹੈ ਉਹ ਮਰੇ ਬੱਚੇ ਦੀ ਤਰ੍ਹਾਂ ਆਪਣੀ ਹਿੱਕ ਨਾਲ ਲਾਈ ਹੋਈ ਹੈ। ਮੈਂ ਇਹ ਗੱਲ ਜੱਟਾਂ ਨੂੰ ਕਹਾਂ, ਖੱਤਰੀਆਂ ਨੂੰ ਕਹਾਂ ਤਾਂ ਜੱਚਦੀ ਨਹੀਂ ਹੈ, ਕਿਉਂਕਿ ਅਸੀਂ ਸਾਰੀਆਂ ਛੋਟੀਆਂ ਜਾਤਾਂ ਨੇ। ਚਾਹੇ ਅਸੀਂ 100 ਘਰ ਹੋਈਏ, ਚਾਹੇ ਅਸੀਂ 200 ਘਰ ਹੋਈਏ, ਅਸੀਂ ਜਾਤੀ ਨੂੰ ਚੁੰਬੜੇ ਹੋਏ ਲੋਕ। ਹੋ ਸਕਦਾ ਜਾਤੀ ਸਾਨੂੰ ਛੱਡ ਜਾਂਦੀ, ਇਹ ਸੰਭਾਵਨਾ ਪੂਰੀ ਸੀ ਕਿ ਅੰਬੇਡਕਰੀ ਬਣਨ ਤੋਂ ਬਾਅਦ ਜਾਤੀ ਸਾਨੂੰ ਛੱਡ ਜਾਂਦੀ, ਪਰ ਅਸੀਂ ਅੰਬੇਡਕਰੀ ਬਣੇ, ਅਸੀਂ ਬੌਧ ਬਣੇ, ਅਸੀਂ ਸਿੱਖ ਬਣੇ, ਪਰ ਅਸੀਂ ਜਾਤੀ ਨਹੀਂ ਛੱਡੀ। ਕਿਸੇ ਵੀ ਧਰਮ 'ਚ ਗਏ, ਅਸੀਂ ਰਾਧਾ ਸੁਆਮੀ ਬਣ ਗਏ, ਸੱਚੇ ਸੌਦੇ ਵਾਲੇ ਬਣ ਗਏ, ਨਿਰੰਕਾਰੀ ਬਣ ਗਏ, ਵਾਲਮੀਕੀ ਬਣ ਗਏ, ਕੋਈ ਵੀ ਬਣ ਗਏ, ਅਸੀਂ ਜਾਤੀ ਨਹੀਂ ਛੱਡੀ। ਤਾਂ ਇਹੋ ਜਿਹੇ ਹਾਲਤਾਂ ਦੇ ਵਿੱਚ ਮੈਂ ਬਹੁਤ ਬਣ ਗਿਆ। ਔਰ ਬਹੁਤ ਮੇਰਾ ਕੋਈ ਧਰਮ ਨਹੀਂ ਹੈ, ਬਹੁਤ ਕੋਈ ਧਰਮ ਨਹੀਂ ਹੈ। ਤੁਸੀਂ ਭਾਰਤ ਦੇ ਬੌਧਾਂ ਨੂੰ ਪੁੱਛ ਲਓ, ਜਿਹੜੇ ਭਾਰਤ ਦੇ ਵਿੱਚ ਨਹੀਂ, ਬਾਹਰ ਬੈਠੇ ਆ ਬੌਧ, ਉਹਨਾਂ ਨੂੰ ਪੁੱਛ ਲਓ ਕਿ ਕੀ ਬੌਧਾਂ ਦੇ ਵਿੱਚ ਜਾਤੀ ਨਹੀਂ ਹੈ। ਕੀ ਬੌਧਾਂ ਨੇ ਆਪਣੀ ਜਾਤੀ ਨੂੰ ਛੱਡ ਦਿੱਤਾ?
ਪਰ ਦੂਜਿਆਂ ਨਾਲੋਂ ਸਭ ਤੋਂ ਜ਼ਿਆਦਾ ਅਗਰ ਕਿਸੇ ਨੇ ਜਾਤੀ ਤੋਂ ਦੂਰੀ ਬਣਾ ਕੇ ਰੱਖੀ ਹੈ ਤਾਂ ਬਹੁਤ ਲੋਕ ਹੈ। ਨੰਬਰ 2 ਤੇ ਬਹੁਤ ਇੱਕ ਐਸੀ ਜਮਾਤ ਹੈ ਜਿਹੜੀ ਗਿਆਨ ਤੇ ਨਿਰਭਰ ਕਰਦੀ ਹੈ। ਜਿਹੜਾ ਬੁੱਧ ਨੇ ਗਿਆਨ ਦਿੱਤਾ ਉਹਦੇ ਤੇ ਨਿਰਭਰ ਕਰਦੀ ਹੈ। ਜਾਤੀ ਤੇ ਨਿਰਭਰ ਨਹੀਂ ਕਰਦੀ, ਬਹੁਤ ਗਿਆਨ ਤੇ ਨਿਰਭਰ ਕਰਦੀ ਹੈ। ਤਾਂ ਮੈਂ ਜਦੋਂ ਬੌਧ ਬਣਿਆ ਤਾਂ ਮੈਂ ਬੁੱਧਾ ਦੇ ਗਿਆਨ ਤੇ ਨਿਰਭਰ ਰਿਹਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਿੱਖ ਧਰਮ ਦਾ ਸਿੱਖ ਧਰਮ ਦੇ ਵਿੱਚ ਪੈਦਾ ਹੋਣ ਕਰਕੇ, ਸਿੱਖ ਧਰਮ ਦੀ ਸਟੱਡੀ ਕਰਕੇ, ਸਿੱਖ ਧਰਮ ਦਾ ਅਧਿਐਨ ਕਰਕੇ, ਬਹੁਤ ਗਹਿਰਾਈ ਨਾਲ ਸਮਝ ਕੇ ਨੂੰ ਮੈਂ ਸਿੱਖ ਹੋਣ ਦੀ ਬੁਨਿਆਦ ਦੇ ਗਿਆਨ ਨੂੰ ਲੈ ਕੇ ਚੱਲਦਾ ਰਿਹਾ, ਅੱਜ ਵੀ ਚੱਲ ਰਿਹਾ। ਇਸੇ ਤਰ੍ਹਾਂ ਮੈਂ ਗੁਰੂ ਰਵਿਦਾਸ ਨੂੰ ਜਦੋਂ ਪੜ੍ਹਿਆ, ਉਸ ਤੋਂ ਪਹਿਲਾਂ ਮੈਂ ਬਾਕੀ ਪੁਰਖਾਂ ਨੂੰ ਪੜ੍ਹ ਚੁੱਕਾ ਸੀ। ਥੋੜਾ ਘਣਾ ਮੈਂ ਉਹਨਾਂ ਨੂੰ ਵੀ ਪੜ੍ਹ ਚੁੱਕਾ ਸੀ। ਪਰ 1984, 85, 83, 84 ਦਾ ਸਮਾਂ ਹੈ ਜਦੋਂ ਮੈਂ ਸਾਰੇ ਪੁਰਖਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਗੁਰੂ ਰਵਿਦਾਸ 'ਤੇ ਸਭ ਤੋਂ ਜ਼ਿਆਦਾ ਮੈਂ ਸਟੱਡੀ ਕੀਤੀ, ਸਭ ਤੋਂ ਜ਼ਿਆਦਾ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਔਰ ਜਿਹੜੀਆਂ ਚੀਜ਼ਾਂ ਅੱਜ ਤੋਂ 37-38 ਸਾਲ ਪਹਿਲਾਂ ਮੈਂ ਆਪਣੀਆਂ ਪੁਸਤਕਾਂ 'ਚ, ਆਪਣੇ ਲੇਖਾਂ ਦੇ ਵਿੱਚ ਲਿਖੀਆਂ ਜਾਂ ਆਪਣੇ ਵਿਚਾਰਾਂ ਦੇ ਵਿੱਚ ਦਿੱਤੀਆਂ, ਉਹਨਾਂ ਨੂੰ ਅੱਜ ਵੀ ਹਰ ਮਨੁੱਖ ਉਸੇ ਰੂਪ 'ਚ ਬੋਲ ਰਿਹਾ। ਲੋਕਾਂ ਨੇ ਦਰਜਨਾਂ ਕਿਤਾਬਾਂ ਲਿਖੀਆਂ ਗੁਰੂ ਰਵਿਦਾਸ 'ਤੇ, ਲਿਖਦੇ ਵੀ ਰਹਿਣਗੇ, ਪਰ ਮੇਰੀਆਂ ਪੁਸਤਕਾਂ ਉਹਨਾਂ ਨਾਲ ਮੇਲ ਨਹੀਂ ਖਾਂਦੀਆਂ। ਅਗਰ ਮੇਲ ਖਾਂਦੀ ਹੈ ਕੋਈ ਗੱਲ, ਤਾਂ ਜਿਹੜੀ ਚੀਜ਼ ਉਹਨਾਂ ਨੂੰ ਠੀਕ ਲੱਗੀ, ਉਹਨਾਂ ਨੇ ਉਸ ਨੂੰ ਆਪਣੀ ਕਿਤਾਬ 'ਚ ਬਰਾਬਰ ਲਿਖਿਆ। ਹੁਣ ਜਦੋਂ ਅਸੀਂ 35 ਸਾਲ ਦਾ ਸਮਾਂ ਜਿਹੜਾ ਉਹ ਗੁਰੂ ਰਵਿਦਾਸ ਨੂੰ ਜਾਂ ਕਬੀਰ ਸਾਹਿਬ ਨੂੰ ਸਮਝਣ ਦਾ ਜਾਣੀ ਉਹਨੂੰ ਸਮਝਣ ਤੇ ਲਾਇਆ, ਨਾਮਦੇਵ ਨੂੰ ਸਮਝਣ ਤੇ ਲਾਇਆ। ਉਹਦਾ ਫਾਇਦਾ ਸਾਨੂੰ ਇਹ ਹੋਣਾ ਚਾਹੀਦਾ ਸੀ ਕਿ ਅਸੀਂ ਆਪਣੇ ਮਹਾਂਪੁਰਸ਼ਾਂ ਦੀਆਂ ਸਾਰੀਆਂ ਗੱਲਾਂ ਸਮਝਦੇ, ਪਰ ਅਸੀਂ ਤਾਂ ਇੱਕੋ ਥਾਂ ਹੀ ਖੜੋ ਗਏ। ਅਸੀਂ ਇੱਕੋ ਥਾਂ ਖੜੋ ਕੇ ਇੱਕੋ ਹੀ ਗੱਲ ਕਰਦੇ ਰਹੇ। ਮੈਂ ਹੁਣੇ ਹੀ ਕਿਸੇ ਨੂੰ ਸੁਣ ਰਿਹਾ ਸੀ, ਜਦੋਂ ਵੀ ਕਿਸੇ ਨੂੰ ਸੁਣਦਾ ਮੈਂ, ਉਹ ਇੱਕੋ ਹੀ ਗੱਲ ਚੱਲਦੀ ਹੈ। ਉਹ ਜਿੱਥੇ ਖੜੋਤਾ ਉੱਥੇ ਹੀ ਖੜੋਤਾ ਹੈ, ਉਸ ਤੋਂ ਅੱਗੇ ਪਿੱਛੇ ਨਹੀਂ ਜਾ ਰਿਹਾ। ਜਿਹੜੀ ਲੋਕਾਂ ਦੀ ਪ੍ਰਥਾ ਚਲਾਈ ਹੋਈ ਹੈ
ਪਹਿਲਾਂ ਉਹ ਮੇਰੀ ਪ੍ਰਥਾ ਵੀ ਉਹਦੇ 'ਚ ਬਦਲਤੀ ਲੋਕਾਂ ਨੇ। ਮੇਰੇ ਅਧਿਐਨ ਨੂੰ ਵੀ, ਮੇਰੀ ਪੜ੍ਹਾਈ ਨੂੰ ਵੀ, ਮੇਰੀ ਖੋਜ ਨੂੰ ਵੀ ਉਹਦੇ 'ਚ ਜਿਹੜੀ ਪਹਿਲਾਂ ਘਸੀ ਪਿਟੀ ਗੱਲਬਾਤ ਹੁੰਦੀ ਰਹੀ ਹੈ, ਲੋਕ ਬੋਲਦੇ ਰਹੇ ਆ, ਉਹਦੇ 'ਚ ਬਦਲਤਾ ਲੋਕਾਂ ਨੇ। ਅੱਜ ਵਿਦੇਸ਼ ਦੇ ਮੇਰੇ ਸਾਥੀ ਜਿਹੜੇ ਆ, ਉਹਨਾਂ ਨੇ ਸਿੱਖ ਲਹਿਰ ਦੇ ਸਿਰਜਕ ਕਹਿ ਰਵਿਦਾਸ ਚਮਾਰਾ, ਗੁਲਾਮਗੀਰੀ, ਅੰਬੇਡਕਰ ਮਹਾਨ, ਇਹ ਜਿਹੜੀਆਂ ਪੁਸਤਕਾਂ ਆ, ਇਹਨਾਂ ਨੂੰ ਛਪਾਉਣ ਦਾ ਬੰਦੋਬਸਤ ਕੀਤਾ ਦੁਬਾਰਾ। ਇਹ ਦੁਬਾਰਾ ਛਪਾਉਣ ਦਾ, ਕੋਈ ਤੀਜੀ ਵਾਰ ਛਪ ਰਹੀ ਹੈ, ਕੋਈ ਦੂਜੀ ਵਾਰ ਛਪ ਰਹੀ ਹੈ, ਕੋਈ ਚੌਥੀ ਵਾਰ ਛਪ ਚੁੱਕੀ ਹੈ, ਛਪ ਰਹੀ ਹੈ। ਇਹਦੇ 'ਚ ਮੇਰਾ ਕੋਈ ਬਹੁਤਾ ਵੱਡਾ ਹੱਥ ਨਹੀਂ ਹੈ। ਮੈਂ ਤਾਂ ਸਿਰਫ ਉਹ ਦੁਬਾਰਾ ਪੜ੍ਹ ਕੇ ਉਹਦੀਆਂ ਗਲਤੀਆਂ ਲਾ ਕੇ ਉਹਨੂੰ ਥੋੜ੍ਹਾ ਸੋਧ ਕੇ ਦੇ ਰਿਹਾ। ਪਰ ਇਹ ਸਾਰਾ ਜਿਹੜਾ ਯਤਨ ਕੀਤਾ ਜਾ ਰਿਹਾ, ਇਹ ਵਿਦੇਸ਼ ਦੇ ਸਾਥੀ ਕਰ ਰਹੇ ਆ। ਇਹ ਉਹਨਾਂ ਵੱਲੋਂ ਹੀ ਕੀਤਾ ਜਾ ਰਿਹਾ। ਹੁਣ ਉਹਦੇ ਵਿੱਚ ਨਾਮਦੇਵ ਸਾਹਿਬ, ਕਬੀਰ ਸਾਹਿਬ ਤੇ ਗੁਰੂ ਨਾਨਕ, ਇਹ ਤਿੰਨੇ ਆਉਂਦੇ ਆ। ਤਿੰਨਾਂ ਨੂੰ ਜਿੱਥੇ ਨਹੀਂ ਆਉਂਦੇ ਸੀ, ਮੈਂ ਉੱਥੇ ਲੈ ਕੇ ਆਇਆ, ਕਿਉਂਕਿ ਮੇਰਾ ਮਕਸਦ ਕੋਈ ਸਮਾਜ ਨੂੰ ਇੱਕ ਥਾਂ ਖੜੋਤੇ ਰਹਿਣ ਵਾਸਤੇ ਨਹੀਂ ਹੈ। ਮੈਂ ਸਮਾਜ ਨੂੰ ਦੂਰ ਉੱਚੀਆਂ ਉਡਾਰੀਆਂ ਤੱਕ ਲਿਜਾਣਾ ਚਾਹੁੰਦਾ, ਉਹਨੂੰ ਇੱਕ ਥਾਂ ਖੜੋਤਾ ਨਹੀਂ ਰੱਖਣਾ ਚਾਹੁੰਦਾ। ਮੈਂ ਕਬੀਰ ਸਾਹਿਬ ਨੂੰ ਵੀ ਬਰਾਬਰ ਖੜਾ ਕਰ ਲਿਆ, ਨਾਮਦੇਵ ਸਾਹਿਬ ਨੂੰ ਬਰਾਬਰ ਖੜਾ ਕਰ ਲਿਆ, ਗੁਰੂ ਨਾਨਕ ਨੂੰ ਬਰਾਬਰ ਖੜਾ ਕਰ ਲਿਆ, ਔਰ ਬਾਕੀ ਦੀ ਬਾਣੀ ਜਿਹੜੀ ਉਹਦੇ 'ਚ ਅਗਰ ਮੈਨੂੰ ਕੋਈ ਸ਼ਬਦ ਜ਼ਰੂਰੀ ਲੱਗਿਆ, ਉਹ ਵੀ ਮੈਂ ਲਿਖਿਆ ਉਹਦੇ 'ਚ। ਮੈਂ ਕਦੇ ਇਹ ਸ਼ਬਦ ਨਹੀਂ ਵਰਤਦਾ, ਜਾਂ ਮੇਰਾ ਕੋਈ ਅਜਿਹਾ ਰੁਝਾਨ ਨਹੀਂ ਹੁੰਦਾ ਕਿ ਮੈਂ ਗੁਰੂਆਂ ਦੇ ਗੁਰੂ ਕਹਿ ਕੇ ਆਪਣੀ ਉਸਤਤ ਕਰਦਾ ਰਹਾਂ, ਕਿਉਂਕਿ ਸਿੱਖ ਲਹਿਰ ਜਿਹੜੀ ਹੈ, ਇਹ ਸਤਿਗੁਰੂ ਨਾਮਦੇਵ ਤੋਂ ਸ਼ੁਰੂ ਹੁੰਦੀ ਹੈ। ਕਬੀਰ ਸਾਹਿਬ ਇਹਦੇ ਦੂਜੇ ਲਹਿਰ ਦੇ ਬਾਨੀ ਹੈ, ਔਰ ਤੀਜੇ ਗੁਰੂ ਰਵਿਦਾਸ ਹੈ, ਔਰ ਚੌਥੇ ਸਤਿਗੁਰ ਸੈਣ ਤੇ ਗੁਰੂ ਨਾਨਕ ਹੈ। ਅਗਰ ਤੁਸੀਂ ਇਸ ਲੜੀ ਨੂੰ ਤੋੜਦੇ ਆ, ਤਾਂ ਤੁਸੀਂ ਜਾਤੀ ਨੂੰ ਕਾਇਮ ਕਰਦੇ ਆ। ਜਿਹੜੀ ਜਾਤੀ ਨੂੰ ਬਾਣੀ ਤੋੜਦੀ ਹੈ, ਉਸੇ ਨੂੰ ਆਦਮੀ ਖੜੇ ਕਰ ਰਿਹਾ। ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਮੈਂ ਕਿਤੇ ਖੜੋਤਾ ਹੋਇਆ ਆਦਮੀ ਨਹੀਂ ਹੈ। ਮੈਂ ਕਿਸੇ ਦੇ ਚਲਾਇਆ ਨਹੀਂ ਚੱਲਦਾ। ਕਿਸ ਆਦਮੀ ਨੇ ਮੇਰੇ ਜੀਵਨ 'ਚ ਕੀ ਦਿੱਤਾ ਹੈ,
ਕਿੰਨਾ ਦਿੱਤਾ ਇਹਦੇ ਬਾਰੇ ਮੈਂ ਖੂਬ ਜਾਣਦਾ। ਮੇਰਾ ਸੰਘਰਸ਼ ਕੀ ਰਿਹਾ, 40 ਸਾਲ ਮੈਂ ਕਿਵੇਂ ਤੁਰਿਆ, ਕਿਵੇਂ ਅੱਗੇ ਵਧਿਆ, ਔਰ ਅੱਜ ਮੇਰੀਆਂ 30 ਪੁਸਤਕਾਂ ਅੱਜ ਤਿਆਰ ਹੋ ਚੁੱਕੀਆਂ। ਜਿਨ੍ਹਾਂ ਲੋਕਾਂ ਦੇ ਦਿਮਾਗ 'ਚ ਇਹੋ ਜਿਹੀ ਕੋਈ ਗੱਲ ਰਹਿੰਦੀ ਹੈ ਕਿ ਮੈਂ ਇੱਕ ਫਾਲਤੂ ਜਿਹਾ ਆਦਮੀ ਹਾਂ, ਮੈਂ ਇਹ ਜ਼ਰੂਰ ਕਹੂੰਗਾ ਕਿ 30 ਪੁਸਤਕਾਂ ਲਿਖਣਾ ਔਰ 40 ਸਾਲ ਲਗਾਤਾਰ ਲਿਖਣਾ, 40 ਸਾਲ ਲਗਾਤਾਰ ਬੋਲਣਾ, 40 ਸਾਲ ਲਗਾਤਾਰ ਕੇਡਰ ਲੈਣੇ, 40 ਸਾਲ ਲਗਾਤਾਰ ਸਫ਼ਰ ਕਰਨਾ, 40 ਸਾਲ ਵਿੱਚ ਲੱਖਾਂ ਲੱਖਾਂ ਲੋਕਾਂ ਨੂੰ ਮਿਲ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਯਤਨ ਕਰਨਾ, ਇਹ ਸਧਾਰਨ ਗੱਲ ਨਹੀਂ ਹੈ, ਇਹ ਕੋਈ ਖੇਡ ਨਹੀਂ ਹੈ। ਤਾਂ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਕੁਝ ਗੱਲਾਂ ਜਿਹੜੀਆਂ ਜ਼ਰੂਰੀ ਹੈ ਉਹਨਾਂ ਨੂੰ ਸਮਝਦਾ ਸਮਝਾਉਂਦਾ ਤੁਹਾਡੇ ਤੋਂ ਮਾਫੀ ਚਾਹੂੰਗਾ ਕਿ ਮੈਂ ਕਦੇ ਵੀ ਤੁਹਾਡੇ ਪੈਰਾਂ ਤੇ, ਤੁਹਾਡੇ ਰਸਤਿਆਂ ਤੇ, ਤੁਹਾਡੀ ਲੀਹਾਂ ਤੇ, ਤੁਹਾਡੀਆਂ ਪਗਡੰਡੀਆਂ ਤੇ ਨਹੀਂ ਆਊਂਗਾ, ਕੋਈ ਦਖਲ ਅੰਦਾਜ਼ੀ ਨਹੀਂ ਕਰੂੰਗਾ। ਤੁਸੀਂ ਕੇਂਦਰ ਦੀ ਰਾਜਨੀਤੀ ਕਰੋ, ਉੱਥੇ ਜਾ ਕੇ ਬੈਠੋ, ਦੇਸ਼ ਦੀ ਸੱਤਾ ਚਲਾਓ। ਤੁਸੀਂ ਯੂਪੀ ਪੰਜਾਬ ਦੀ ਸੱਤਾ ਚਲਾਓ, ਤੁਸੀਂ ਕਿਸੇ ਹੋਰ ਸੂਬੇ ਦੀ ਸੱਤਾ ਚਲਾਓ, ਇਹ ਤੁਹਾਡਾ ਮਾਮਲਾ ਹੈ, ਹੁਣ ਇਹ ਮੇਰਾ ਮਾਮਲਾ ਨਹੀਂ ਹੈ। ਔਰ ਨਾ ਹੀ ਮੈਂ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਦਖਲ ਅੰਦਾਜ਼ੀ ਕਰਨ ਵਾਲਾ ਹੈ। ਮੈਨੂੰ ਹੁਣ ਦਖਲ ਅੰਦਾਜ਼ੀ ਚੰਗੀ ਨਹੀਂ ਲੱਗੇਗੀ। ਮੇਰੀ ਕੋਈ ਪਾਰਟੀ ਨਹੀਂ, ਮੈਂ ਤੁਹਾਨੂੰ ਇੱਕ ਵਾਰੀ ਫਿਰ ਕਹਿ ਦਿਆਂ ਕਿ ਮੇਰੀ ਕੋਈ ਪਾਰਟੀ ਨਹੀਂ ਹੈ। ਜੇ ਮੈਂ ਕੋਈ ਕਿਸੇ ਵੇਲੇ ਪਾਰਟੀ ਦਾ ਨਾਂ ਲਿਆ ਵੀ ਹੈ ਤਾਂ ਮੈਂ ਉਹਨੂੰ ਪਾਰਟੀ ਨੂੰ ਖੜੇ ਨਹੀਂ ਕੀਤਾ। ਅਗਰ ਇਹਦੇ ਬਾਵਜੂਦ ਵੀ ਕੋਈ ਮੇਰੇ ਨਾਲ ਪਾਰਟੀ ਦਾ ਨਾਂ ਜੋੜ ਕੇ ਆਪਣੇ ਮਨ ਦਾ ਹੀ ਭੜਾਸ ਕੱਢਦਾ ਹੈ ਤਾਂ ਇਹ ਉਹਦਾ ਮਾਮਲਾ, ਮੇਰਾ ਨਹੀਂ ਹੈ। ਮੇਰੀ ਕੋਈ ਪਾਰਟੀ ਨਹੀਂ ਹੈ। ਹਾਂ, ਮੈਂ ਆਜ਼ਾਦ ਮਨੁੱਖ ਹਾਂ। ਮੈਂ ਜਿੰਨਾ ਚਿਰ ਤੰਦਰੁਸਤ ਰਿਹਾ, ਜਦੋਂ ਤੱਕ ਮੈਂ ਆਪਣੇ ਆਪ ਨੂੰ ਕਾਇਮ ਰੱਖ ਸਕਿਆ, ਤਦ ਤੱਕ ਮੈਂ ਆਪਣੇ ਸਮਾਜ ਦੀ ਖਾਤਰ, ਸਮਾਜ ਪਰਿਵਰਤਨ ਦੀ ਖਾਤਰ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਦੀ ਖਾਤਰ ਲੜਦਾ ਰਹੂੰਗਾ, ਜੂਝਦਾ ਰਹੂੰਗਾ, ਸੰਘਰਸ਼ ਕਰਦਾ ਰਹੂੰਗਾ।
ਸੰਗਰਾਮ ਕਰਦਾ ਰਹੂੰਗਾ। ਔਰ ਇਹਦੇ 'ਚ ਮੈਨੂੰ ਕੋਈ ਰੋਕ ਨਹੀਂ ਸਕਦਾ। ਇਹ ਮੇਰੇ ਬਾਬਾ ਸਾਹਿਬ ਨੇ ਮੈਨੂੰ ਦਿੱਤਾ ਹੈ, ਇਹਦੇ 'ਚ ਮੈਨੂੰ ਕੋਈ ਨਹੀਂ ਰੋਕ ਸਕਦਾ। ਮੈਂ ਸੰਘਰਸ਼ ਕਿਵੇਂ ਕਰਨਾ ਹੈ, ਮੇਰਾ ਰਸਤਾ ਕੀ ਹੋਏਗਾ, ਮੈਂ ਕਿਸੇ ਦਾ ਗੁਲਾਮ ਨਹੀਂ ਹਾਂ, ਕਿਸੇ ਦਾ ਗੁਲਾਮ ਨਹੀਂ ਮੈਂ ਇਸ ਗੁਲਾਮੀ ਤੋਂ ਮੁਕਤ ਹੁੰਦਾ ਹੋਇਆ ਚੱਲ ਰਿਹਾ। ਇਹਨਾਂ ਸ਼ਬਦਾਂ ਨਾਲ ਹੀ ਰਜਾ ਲੈਣਾ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।